ਸਾਡੇ ਨਾਲ ਮਹਿਮਾਨ ਜੁੜੇ ਹੋਏ ਨੇ, ਉਹਨਾਂ ਦਾ ਰੁਖ ਕਰਮਾ। ਸਤਪਾਲ ਸਿੰਘ ਸਿੱਧੂ ਜੀ ਸਾਡੇ ਨਾਲ ਨੇ, ਸਾਬਕਾ ਐਸਐਸਪੀ ਨੇ। ਸਰ, ਇਸ ਪੂਰੇ ਇਸ਼ੂ ਨੂੰ ਤੁਸੀਂ ਕਿਵੇਂ ਦੇਖਦੇ ਹੋ? ਇਹ ਜਿਹੜੀ ਕਿਉਂਕਿ ਐਸਪੀ ਲੈਵਲ ਦੇ ਅਧਿਕਾਰੀ ਨੂੰ ਗ੍ਰਿਫਤਾਰ ਕਰ ਲੈਣਾ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੋ ਜਾਂਦੀ ਹੈ ਕਿਸੇ ਕੇਸ ਦੇ ਵਿੱਚ, ਪਰ ਕੀ ਵਾਕਈ ਹੀ ਇਹ ਪੁਲਿਸ ਦੇ ਅਕਸ ਨੂੰ ਦਾਗਦਾਰ ਨਹੀਂ ਕਰ ਰਿਹਾ? ਕਿਉਂਕਿ ਬਹੁਤ ਵੱਡੇ ਅਧਿਕਾਰੀ, ਜੇ ਐਸਪੀ ਲੈਵਲ ਦੇ ਅਧਿਕਾਰੀ ਆਪਾਂ ਸਮਝਦੇ ਹਾਂ, ਲੋਕ ਜਾਣਦੇ ਹਾਂ ਕਿ ਐਸਪੀ ਬਣਨਾ ਜਾਂ ਐਸਐਸਪੀ ਬਣਨਾ ਕਿੰਨੇ ਇੱਕ ਮੁਸ਼ਕਿਲ ਕੰਮ ਹੈ, ਔਰ ਕਿਸ ਤਰੀਕੇ ਨਾਲ ਮਿਹਨਤ ਕਰਕੇ ਉਸ ਲੈਵਲ ਦੇ ਉੱਤੇ ਅਧਿਕਾਰੀ ਪਹੁੰਚਦੇ ਨੇ, ਕਿ ਜੇ ਐਸਪੀ ਲੈਵਲ ਦੇ ਅਧਿਕਾਰੀ ਦੇ ਸਾਹਮਣੇ ਇਹ ਸਭ ਕੁਝ ਹੋਇਆ ਉਸ ਦੀ ਮੌਜੂਦਗੀ ਦੇ ਵਿੱਚ, ਤਾਂ ਫਿਰ ਤਾਂ ਬਹੁਤ ਵੱਡੇ ਕੁਐਸਚਨਸ ਨੇ ਅਜਿਹੇ ਕੇਸਿਸ ਦੇ ਵਿੱਚ। गौरव जी, मैं एको गल कहूँगा जी कि जिथों तक पुलिस दे जेकर जो भी कुछ होया इस नूं प्रैक्टिकली वेरीफाई करना या मेरे लोग कोई इदां दा सर्टिफिकेट देना कि पुलिस ने ठीक कीता या जिहड़ा एक्शन वो इदां दा बनदा सी, ये मैं बिल्कुल नहीं करदा। जेकर जो कुछ होया, जी घटना वापरी, जे बिल्कुल इन्हां वकील साहब के कहने के मुताबिक सच्ची घटना है, तां बड़ी ही वड्डी माड़ी निंदणयोग, मैं कहना भी शब्द नहीं हैं मेरे कोले कि जिन्हां नाल मैं इस गल नूं कंडैम करा। दूसरी गल यह है कि एसपी साहब जिहड़े ने उत्थे मौजूद सीगे, उन्हां दी मौजूदगी च जे ये गल वापरी है तां ओह होर भी माड़ी गल है। क्योंकि देखो, जिहड़े छोटे अधिकारी ने, छोटे कर्मचारी ने, मैं समझ सकदा कि उन्हां दा जिहड़ा लैवल है या उन्हां दी पुलिसिंग दा जिहड़ा ढंग तरीका है वो शायद ओडा वधिया ना होवे या इदां दी गलती कर जाण, लेकिन जदों उत्थे एसपी लेवल दे अफसर मौजूद होण तां इदां दी हरकत, जिद्दां दी हरकत मेरे दोस्त दस रहे सी प्रधान जी वकील साहब, वो तो बहुत मैं एक्सैप्ट नहीं कर सकता कि एज पुलिस अफिसर, और मेरी बड़ी लंबी इनिंग है पुलिस अफिसर की, तो उस दे विच मैं कभी भी नहीं सोचा सी कि ये गल इदां दी होनी चाहिए। मैं इस गल दे नाल नहीं हाँ, लेकिन मैं एक दो गल्लां मैनूं जिहड़ियां शक्की जापदियां सीगियां, मैं ਉਹਦੇ बारे कोशिश कर रहा सी कि पता लग सके। ਉਹ ਸਭ ਤੋਂ ਵੱਡੀ ਗੱਲ ਇਹ ਹੈ ਕਿ ਮੈਨੂੰ ਦੋ ਗੱਲਾਂ ਜ਼ਰੂਰ ਇੱਕ ਖੜਾ ਕਰਦੀਆਂ ਹੈ ਕਿ ਵਕੀਲ ਸਾਹਿਬ ਦੀ ਅਰੈਸਟ ਹੋ ਗਈ, ਜਿੱਦਣ ਅਰੈਸਟ ਹੋਈ ਹੋਊਗੀ ਉਦੋਂ ਮੈਡੀਕਲ ਜ਼ਰੂਰ ਹੋਇਆ ਹੋਊਗਾ ਇਹਨਾਂ ਦਾ, ਜੋ ਮੈਨੂੰ ਹੋਣਾ ਚਾਹੀਦਾ ਹੈ ਅੰਡਰ ਪ੍ਰੋਵੀਜ਼ਨਸ। ਜੇ ਨਹੀਂ ਉਹ ਮੈਡੀਕਲ ਵੀ ਨਹੀਂ ਹੋਇਆ ਅੰਡਰ ਪ੍ਰੋਵੀਜ਼ਨਸ ਤਾਂ ਬਹੁਤ ਹੀ ਮਾੜੀ ਗੱਲ ਹੈ, ਉਦੋਂ ਵੀ ਮਾੜੀ ਗੱਲ। ਜੇ ਉਹ ਮੈਡੀਕਲ ਹੋਇਆ, ਉਸ ਮੈਡੀਕਲ ਤੋਂ ਬਾਅਦ ਹੀ ਮੈਜਿਸਟਰੇਟ ਸਾਹਿਬ ਦੇ ਪ੍ਰੈਜ਼ੈਂਟ ਕੀਤਾ ਜਾਂਦਾ ਹੈ ਜੀ। ਉੱਥੇ ਕੀ ਵਕੀਲ ਸਾਹਿਬ ਨੇ ਦੱਸਿਆ, ਉਹਨਾਂ ਨਾਲ ਕੀ ਵਾਪਰਿਆ, ਇਸ ਬਾਰੇ ਮੈਨੂੰ ਤਾਂ ਨੌਲੇਜ ਨਹੀਂ ਹੈ। ਸ਼ਾਇਦ ਮੇਰੇ ਦੋਸਤ ਜਿਹੜੇ ਬੈਠੇ ਨੇ ਇਹਨਾਂ ਨੂੰ ਨੌਲੇਜ ਹੋਵੇ ਵੀ ਉਦੋਂ ਕੀ ਹੋਇਆ, ਕੀ ਵਾਪਰਿਆ, ਜੱਜ ਸਾਹਿਬ ਨੇ ਕੀ ਕਿਹਾ, ਕਿਉਂਕਿ ਜੁਡੀਸ਼ੀਅਲ ਕਸਟਡੀ 'ਚ ਭੇਜਿਆ ਗਿਆ। ਜੁਡੀਸ਼ੀਅਲ ਕਸਟਡੀ ਜਾਣ ਤੋਂ ਬਾਅਦ ਇੱਕ ਦਿਨ ਸ਼ਾਇਦ ਗੈਪ ਪੈ ਕੇ ਦੂਜੇ ਦਿਨ ਇਹ ਗੱਲਾਂ ਸਾਰੀਆਂ ਸਾਹਮਣੇ ਆਈਆਂ ਜੀ। ਇਸ 'ਚ ਕੀ ਗੱਲ ਹੈ, ਉਹ ਬੈਟਰ ਹੈ। ਸਭ ਤੋਂ ਵੱਡੀ ਗੱਲ ਇਹ ਹੈ ਵੀ ਜਿਨ੍ਹਾਂ ਨਾਲ ਇਹ ਤਸ਼ੱਦਦ ਹੋਇਆ, ਸਭ ਤੋਂ ਬੈਸਟ ਉਹ ਨੇ ਜਿਹੜੇ ਦੱਸ ਸਕਦੇ ਨੇ, ਜਿਨ੍ਹਾਂ ਨੇ ਦੱਸਿਆ ਵੀ और उन्होंने दसन के उत्ते एक्शन भी होया। पंजाब गवर्नमेंट का एक्शन मैं वो कहना भी बिल्कुल ठीक एक्शन है हाल दी घड़ी, लेकिन इस गल दी जब तक वेरीफाई फैक्ट्स नहीं होंगे ਉਹਦੇ ਤੇ मैं जुडिशियल वर्डिक्ट कोई दसा वो मैं मेरी जमीर इजाजत नहीं देंदी, क्योंकि जब तक ये सारा वेरीफिकेशन नहीं होंगी उद तक ये नहीं हो सकता। अगली गल तुसीं विच जिक्र कर रहे सीगे कि पुलिस दी जिहड़ी वर्किंग है जी ਉਹਦੇ बारे देखो, गल ये है कि दो तीन गल्लां बड़ियां इंपॉर्टेंट ने पुलिस दी वर्किंग नूं सुधारन वास्ते जी, जिन्हां बारे प्रकाश सिंह कमेटी बनी, बड़ी मुद्दत हो गई, वो हाले तक लंबित पिया सारा मामला जी। सब तो वड्डी जिहड़ी जरूरी गल है कि पुलिस दे उत्ते कॉमन स्ट्रेस घटाया जावे। कॉमन स्ट्रेस घटाउण वास्ते ਤੁਹਾਨੂੰ ਫੋਰਸ ਜਿਹੜੀ ਹੈ ਉਹ ਦੀ ਡਿਊਟੀ ਜਿਹੜੀ ਹੈ ਉਹਦੇ ਆਵਰਸ ਘੱਟ ਕਰਨ ਦੀ ਲੋੜ ਹੈ। ਉਹਦੇ ਆਵਰਸ ਘੱਟ ਹੋਣਗੇ, ਨੈਚੁਰਲੀ ਫੈਮਿਲੀ ਸਟ੍ਰੈਸ, ਦੂਜੇ ਸਟ੍ਰੈਸ, ਤੁਸੀਂ ਵੀ ਵਰਕ ਕਰਦੇ ਹੋ, ਮੈਂ ਵੀ ਵਰਕ ਕਰਦਾ, ਹੁਣ ਰਿਟਾਇਰਮੈਂਟ ਤੋਂ ਬਾਅਦ ਵੀ ਮੈਂ ਆਪਦੀ ਫੈਮਿਲੀ ਨੂੰ ਦੇਖ ਰਿਹਾ ਕਿ ਉਹ ਜਿਹੜਾ ਸਟ੍ਰੈਸ ਹੈ, ਫੈਮਿਲੀ ਸਟ੍ਰੈਸ ਹੈ ਜੀ, ਉਹ ਪੁਲਿਸ ਦੇ ਵਿੱਚ ਕਿਤੇ ਬਹੁਤ ਜ਼ਿਆਦਾ, ਖਾਸ ਕਰਕੇ ਲੋਅਰ ਲੈਵਲ ਤੇ ਬਹੁਤ ਜ਼ਿਆਦਾ ਇਗਨੋਰ ਹੋ ਰਿਹਾ ਹੈ। ਔਰ ਉਹਦੇ ਨਾਲ ਕੀ ਹੈ, ਮਿਸਕੰਡਕਟ, ਮਿਸਬਿਹੇਵੀਅਰ। ਜਿੱਦਾਂ ਕਿ ਤੁਸੀਂ, ਮੈਂ ਤਾਂ ਇੱਕ ਛੋਟੀ ਜਿਹੀ ਐਗਜ਼ਾਮਪਲ ਦਿੰਦਾ ਕਿ ਜੇਕਰ ਅਸੀਂ ਘਰ ਦੇ ਵਿੱਚ ਵੀ ਜੀ ਇੱਕ ਬੱਚੇ ਨੂੰ ਪੜ੍ਹਨ ਵਾਸਤੇ ਵੀ ਵਾਰੀ-ਵਾਰੀ ਬਹੁਤ ਜ਼ਿਆਦਾ ਕਹੀਏ ਤੇ ਉਹ ਕਈ ਵਾਰੀ ਵਾਇਲੈਂਟ ਹੋ ਜਾਂਦਾ ਹੈ।
ਜੇ ਅਸੀਂ ਉਹਦੇ ਇਸ ਗੱਲ ਦਾ ਦਬਾਅ ਪਾਈਏ ਤੇਰੇ ਨੰਬਰ ਨਹੀਂ ਠੀਕ ਆਏ, ਤੂੰ ਐ ਨਹੀਂ ਕੀਤਾ, ਤੂੰ ਵਾਹ ਨਹੀਂ ਕੀਤਾ, ਜੀ। ਉਹ ਸਾਡੇ ਸਾਹਮਣੇ ਵਾਇਲੈਂਟ ਹੋ ਜਾਂਦਾ। ਉਹਦਾ ਕਾਰਨ ਇਹ ਨਹੀਂ ਹੁੰਦਾ ਕਿ ਅਸੀਂ ਉਹਦੇ ਮਾਂ-ਬਾਪ ਨਹੀਂ ਹਾਂ, ਇਹ ਉਹਦਾ ਕਾਰਨ ਇਹ ਹੁੰਦਾ ਕਿ ਉਹ ਇੰਨਾ ਸਟ੍ਰੈਸ 'ਚ ਆ ਜਾਂਦਾ ਹੈ ਕਿ ਉਹਦਾ ਬ੍ਰੇਨ ਕੰਮ ਕਰਨੋਂ ਹਟ ਜਾਂਦਾ ਹੈ ਔਰ ਉਹ ਵਾਇਲੈਂਟ ਹੋ ਕੇ ਗਲਤ ਐਕਟ ਕਰਦਾ ਹੈ। ਇੱਕ ਇਹ ਵੀ ਕਾਰਨ ਮੈਂ ਮੰਨਦਾ ਇਹਦੇ 'ਚ ਹੋਊਗਾ। ਅਗਲੀ ਗੱਲ, ਇੱਕ ਜਿਹੜਾ ਸਾਡੇ ਫਰਸਟ੍ਰੇਸ਼ਨ ਹੋ ਜਾਂਦੀ ਹੈ, ਇੱਕ ਸਭ ਤੋਂ ਉਸ ਤੋਂ ਵੀ ਇੰਪੋਰਟੈਂਟ ਗੱਲ ਇਹ ਹੈ ਕਿ ਪੁਲਿਸ ਐਕਟ 1800 ਕੁਛ ਦਾ ਬਣਿਆ ਹੋਇਆ ਹੈ ਤੇ ਸਾਨੂੰ ਮੁਲਕ ਦੇ ਅਸੀਂ ਆਜ਼ਾਦੀ ਤੋਂ ਬਾਅਦ ਤਾਂ ਦੁਕਾਨਾਂ ਦੇ ਮਕਾਨਾਂ ਦੇ ਨਾਂ ਬਦਲੀ ਜਾਂਦੇ ਆ ਕਿ ਅੰਗਰੇਜ਼ਾਂ ਨੇ ਰੱਖੇ। ਅਸੀਂ ਕੀ ਗੱਲ ਵੀ ਅਸੀਂ ਨਵਾਂ ਐਕਟ ਕਿਉਂ ਨਹੀਂ ਲਾਗੂ ਕਰ ਰਹੇ? ਜਿਹੜਾ ਨਵਾਂ ਐਕਟ ਲਾਗੂ ਕਰ ਰਹੇ ਆ ਉਹ ਪੀਸ ਮੀਲਸ ਦੇ ਵਿੱਚ ਲਾਗੂ ਕਰ ਰਹੇ ਆ, ਕਿਉਂਕਿ ਨਵਾਂ ਐਕਟ ਜੇਕਰ ਲਾਗੂ ਹੁੰਦਾ ਹੈ ਤਾਂ ਉਹਦੇ ਨਾਲ ਕੀ ਹੈ, ਪੁਲਿਸ ਫੋਰਸ ਦੀ ਜਿਹੜੀ ਸਟਰੈਂਥ ਹੈ ਇਸ ਵੇਲੇ ਹੈਗੀ ਹੈ, ਇਸ ਤੋਂ ਮਿਨੀਮਮ ਜਿਹੜੀ ਸਟਰੈਂਥ ਹੈ ਉਹ ਟ੍ਰਿਪਲ ਹੋ ਜੂਗੀ। ਔਰ ਜੇ ਟ੍ਰਿਪਲ ਸਟਰੈਂਥ ਹੋ ਜੂਗੀ, ਨੈਚੁਰਲੀ ਹਰ ਇੱਕ ਬੰਦੇ ਨੂੰ 8 ਘੰਟੇ ਬਾਅਦ 10 ਘੰਟੇ ਬਾਅਦ ਕੁਝ ਰਿਲੀਵ ਆਵਰਸ ਮਿਲਣਗੇ, ਉਹਦੇ ਨਾਲ ਉਹਦਾ ਮੈਂਟਲ ਲੈਵਲ ਠੀਕ ਰਹੂਗਾ। ਮੈਂ ਸਰ ਰਿਫਾਰਮ ਵਾਲੇ ਇਸ਼ੂ ਦੇ ਉੱਤੇ ਆਉਣਾ। ਪੁਲਿਸ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਨਸ਼ੇ ਵੀ ਆਏ। ਜੀ ਮੈਂ ਸਰ ਇੱਕ ਪੁਆਇੰਟ ਦੇ ਉੱਤੇ ਆਉਣਾ। ਤੁਹਾਡੇ 2-3 ਪੁਆਇੰਟ ਜਿਹੜੇ ਬਹੁਤ ਵੈਲਿਡ ਆਏ ਨੇ, ਮੈਂ ਉਸ ਦੇ ਉੱਤੇ ਆਪਾਂ ਚਰਚਾ ਨੂੰ ਅੱਗੇ ਵਧਾਉਂਦੇ ਆ। ਮੈਂ ਥੋੜਾ ਜਿਹਾ ਐਡ ਕਰ ਦਵਾਂ, FIR ਨੂੰ ਮੈਂ ਪੜਨ ਦੀ ਕੋਸ਼ਿਸ਼ ਕਰ ਰਿਹਾ ਸੀ, ਇਸ ਦੇ ਵਿੱਚ ਜ਼ਿਕਰ ਹੈ ਕਿ ਇੰਚਾਰਜ CIA 1 ਸ਼੍ਰੀ ਮੁਕਤਸਰ ਸਾਹਿਬ ਦੇ ਵੱਲੋਂ ਰੁਕਾ ਮਿਤੀ 14/9/2023 ਨੂੰ ਭੇਜਣ ਤੇ ਦਰਜ ਹੋਇਆ ਸੀ ਕੇਸ। ਇਸ ਤਰ੍ਹਾਂ ਉਕਤ ਮੁਕੱਦਮੇ ਦੀ ਮੌਸਮੀ ਧਿਰ ਦੇ ਵਜੋਂ ਵਰਿੰਦਰ ਸਿੰਘ ਉਕਤ ਨੇ ਇੰਸਪੈਕਟਰ ਰਮਨ ਕੁਮਾਰ, ਜੋ ਕਿ ਮੁਕੱਦਮੇ ਦਾ ਮੁੱਦਈ ਹੈ, ਤੇ ਖਿਲਾਫ ਗੈਰ ਕਾਨੂੰਨੀ ਤਰੀਕੇ ਨਾਲ ਤਸ਼ੱਦਦ ਕਰਨ ਦੇ ਦੋਸ਼ ਲਗਾਏ। ਮਤਲਬ 14/9 ਨੂੰ ਉਹ ਦੱਸ ਰਹੇ ਨੇ, ਤੇ ਉਹ ਇਹ ਵੀ ਜ਼ਿਕਰ ਕਰਦੇ ਨੇ ਕਿ ਵਰਿੰਦਰ ਸਿੰਘ ਦਾ ਡਾਕਟਰੀ ਮੁਲਾਜ਼ਾ ਸੰਬੰਧੀ ਰਿਪੋਰਟ 16/9/2023 ਦੇ ਵਿੱਚ ਦਰਜ ਕੇਸ ਹਿਸਟਰੀ ਵਿੱਚ ਅਤੇ ਡਾਕਟਰ ਸਾਹਿਬ ਦੇ ਵੱਲੋਂ ਤਿਆਰ ਕੀਤੀ ਗਈ ਰਿਪੋਰਟ ਦੇ ਵਿੱਚ ਕੋਈ ਵੇਰਵਾ ਦਰਜ ਨਹੀਂ ਹੈ। ਯਾਨੀ ਕਿ ਡਾਕਟਰੀ ਰਿਪੋਰਟ, ਜਿੰਨਾ ਮੈਂ ਸਮਝ ਪਾ ਰਿਹਾ, ਕਿਉਂਕਿ ਥੋੜੀ ਜਿਹੀ FIR ਦੀ ਲੈਂਗੁਏਜ ਵੱਖਰੀ ਹੁੰਦੀ ਹੈ, ਸਾਨੂੰ ਆਮ ਲੋਕਾਂ ਨੂੰ ਸ਼ਾਇਦ ਸਮਝ ਨਾ ਆਵੇ, ਪਰ ਜਿੰਨਾ ਮੈਂ ਸਮਝ ਪਾ ਰਿਹਾ ਇਸ ਦੇ ਮੁਤਾਬਿਕ ਇਹ ਹੈ ਕਿ 16/9 ਨੂੰ ਜੋ ਕੁਝ ਵੀ ਹੋਇਆ ਉੱਥੇ, ਤੇ ਉਹ ਫਿਰ ਜਿਹੜੀ ਡਾਕਟਰੀ ਰਿਪੋਰਟ ਯਾਨੀ ਕਿ ਮੈਡੀਕਲ ਦੀ ਰਿਪੋਰਟ ਨਹੀਂ ਲਗਾਈ ਗਈ। ਸਰ ਮੈਂ ਤੁਹਾਡੇ ਕੋਲ ਵਾਪਸ ਆਵਾਂਗਾ, ਇਹ ਪੁਆਇੰਟ ਦੇ ਉੱਤੇ ਵੀ ਆਪਾਂ ਗੱਲਬਾਤ ਕਰਾਂਗੇ। ਮੈਂ ਇੱਕ ਵਾਰ ਪ੍ਰੋਫੈਸਰ ਮਨਜੀਤ ਸਿੰਘ ਜੀ ਸਾਡੇ ਨਾਲ ਜੁੜੇ ਹੋਏ ਨੇ। ਪ੍ਰੋਫੈਸਰ ਜੀ, ਕਿਵੇਂ ਤੁਸੀਂ ਇਸ ਪੂਰੇ ਮਾਮਲੇ ਨੂੰ ਦੇਖ ਰਹੇ ਹੋ? ਦੇਖੋ, ਐਕਸ਼ਨ ਹੋ ਗਿਆ, ਬਹੁਤ ਜ਼ਬਰਦਸਤ ਵਿਰੋਧ ਹੋਇਆ, ਵਕੀਲਾਂ ਦੇ ਵੱਲੋਂ ਵਿਰੋਧ ਹੋਇਆ। ਇੱਕ ਜ਼ਿਹਨ ਦੇ ਵਿੱਚ ਸਿੱਧਾ ਸਵਾਲ ਇਹ ਉੱਠ ਰਿਹਾ ਹੈ ਵਾਰ-ਵਾਰ ਕਿ ਵਕੀਲ ਸਾਹਿਬ ਨੂੰ ਵਕੀਲਾਂ ਦਾ ਸਾਥ ਮਿਲ ਗਿਆ ਤੇ ਪੂਰੇ ਪੰਜਾਬ ਦੇ ਵਿੱਚ ਇਸ ਕੇਸ ਨੂੰ ਲੈ ਕੇ ਪ੍ਰਦਰਸ਼ਨ ਹੋ ਗਏ, ਪਰ ਹੋ ਸਕਦਾ ਹੈ ਕਿ ਕੋਈ ਆਮ ਸ਼ਖਸ ਥਾਣੇ ਜਾਵੇ ਤੇ ਉਸ ਨੂੰ ਤੱਕ ਇਸ ਦਾ ਸਾਥ ਨਾ ਮਿਲੇ, ਉਸ ਦੇ ਲਈ ਕੋਈ ਧਿਰ ਆ ਕੇ ਜਾਂ ਕੋਈ ਯੂਨੀਅਨ ਆ ਕੇ ਖੜੀ ਨਾ ਹੋਵੇ, ਤਾਂ ਫਿਰ ਉਹਨਾਂ ਦਾ ਕੀ ਹੋਏਗਾ? ਇਹ ਤਾਂ ਪੂਰਾ ਸਿਸਟਮ ਕੁਐਸਚਨ ਮਾਰਕ ਹੈ ਨਾ ਉਸ ਦੇ ਉੱਪਰ। ਗੌਰਵ ਜੀ, ਮੈਂ ਉੱਥੋਂ ਗੱਲ ਸ਼ੁਰੂ ਕਰੂੰਗਾ ਜਿੱਥੋਂ ਇਹ ਸਾਡੇ ਪੁਲਿਸ ਵਾਲੇ ਭਾਈ ਗੱਲ ਛੇੜ ਰਹੇ ਸੀ। ਪੁਲਿਸ ਦਾ ਐਕਟ ਮੈਨੂੰ ਜਿੱਥੇ ਤੱਕ ਯਾਦ ਹੈ 1861 ਦਾ ਹੈ ਜੀ। ਇਸ ਨੂੰ ਬਦਲਣ ਦੀ ਲੋੜ ਆ। ਅੰਗਰੇਜ਼ ਚਲੇ ਗਏ, ਅੰਗਰੇਜ਼ਾਂ ਨੇ ਸਾਨੂੰ ਕੰਟਰੋਲ ਕਰਨ ਲਈ ਇਹ ਸਾਡੀ ਇੰਡੀਅਨ ਪੁਲਿਸ ਨੂੰ ਜਾਂ ਸੂਬਿਆਂ ਦੀ ਪੁਲਿਸ ਨੂੰ ਇੱਕ ਖਾਸ ਢੰਗ ਦੇ ਨਾਲ ਟ੍ਰੇਨਿੰਗ ਦਿੱਤੀ ਸੀ, ਖਾਸ ਮਾਨਸਿਕਤਾ ਦੇ ਨਾਲ, ਕਿ ਤੁਸੀਂ ਆਪਣੇ ਹੀ ਦੇਸ਼ ਵਾਸੀਆਂ ਨੂੰ ਕੁੱਟਣਾ, ਮਾਰਨਾ, ਗੋਲੀਆਂ ਚਲਾਉਣੀਆਂ, ਜਲਿਆਂਵਾਲਾ ਬਾਗ ਕਰਨਾ, ਸਾਰਾ ਕੁਝ ਦੱਸਿਆ ਸੀ ਤੇ ਉਹ ਕਰਦੇ ਸੀ ਬੜੇ ਲਾਇਲਟੀ ਦੇ ਨਾਲ ਕਰਦੇ ਜੀ। ਹੁਣ ਜਦੋਂ ਦੇਸ਼ ਦਾ ਆਜ਼ਾਦੀ ਹੋ ਗਈ ਤੇ ਪੁਲਿਸ ਦੀ ਉਸ ਬਰੂਟਲ ਜਿਹੜਾ ਖੂੰਖਾਰੀ ਚਿਹਰਾ, ਉਹਦੇ ਤੋਂ ਤੇ ਆਜ਼ਾਦੀ ਮਿਲੀ ਨਹੀਂ, ਸਮਾਜ ਨੂੰ ਨਹੀਂ ਮਿਲੀ, ਕਿਸੇ ਕਿਸਮ ਦੀ ਆਜ਼ਾਦੀ ਨਹੀਂ ਮਿਲੀ। ਉਲਟਾ ਸਾਡੀਆਂ ਜਿਹੜੀ ਰਾਜਨੀਤਿਕ ਜਮਾਤ ਆ ਉਹ ਪੁਲਿਸ ਦੀ ਇਸ ਖੂੰਖਾਰੀ ਬਿਰਤੀ ਦੀ ਦੁਰਵਰਤੋਂ ਕਰਦੀ ਆ। ਬਣਾ ਦਿਓ ਕੇਸ, ਲਾ ਦਿਓ ਕੇਸ, ਉਹ ਪੁੱਛ ਕੇ ਕੇਸ ਬਣਾਉਂਦੇ ਆ, ਕਿਸੇ ਨੂੰ ਕਰਦੇ, ਕਿਸੇ ਨੂੰ ਕੁਛ ਕਰਦੇ। ਇਹ ਸਾਡੇ ਪਿਛਲੇ 75 ਸਾਲਾਂ 'ਚ ਦੇਸ਼ ਦੇ ਵਿੱਚ ਪੁਲਿਸ ਬਾਰੇ ਹੋਇਆ। ਇਹ ਬਿਲਕੁਲ ਠੀਕ ਹੈ। ਤੁਸੀਂ ਜਿਹੜਾ ਚਿੰਤਾ ਕਰਦੇ, ਚਿੰਤਾ ਕੀ ਹੈ? ਮੈਂ ਆਪਣੇ ਮੇਰੇ ਜਿਹੜੇ ਬ੍ਰਦਰ, ਮੈਂ ਉੱਥੋਂ ਹੀ ਗੱਲ ਤੁਹਾਨੂੰ ਛੇੜ ਦੇਣਾ। ਜਿਹੜਾ ਮੇਰਾ ਵੱਡਾ ਬ੍ਰਦਰ ਸੀਗਾ ਉਹ ਐਕਟਿਵਿਸਟ ਸੀਗਾ, ਅੰਮ੍ਰਿਤਸਰ ਦੇ ਵਿੱਚ ਇੰਟਰੋਗੇਸ਼ਨ ਸੈਂਟਰ, ਉਹਦੇ ਨਾਲ ਉਹ ਹਾਲਤ ਕੀਤੀ, ਅੱਖਾਂ 'ਚ ਲਾਈਟਾਂ ਮਾਰਨੀਆਂ, ਹੋਰ ਕਰਨਾ, ਕੁੱਟ ਮਾਰ, 5-6 ਵਾਰੀ ਹਾਰ ਕੇ ਉਹ ਦੇਸ਼ ਛੱਡ ਗਿਆ। ਫਗਵਾੜੇ ਦੇ ਵਿੱਚ ਟਾਊਨ ਹਾਲ ਦੇ ਵਿੱਚ ਕਿਸੇ ਨੇ ਗਾਂਧੀ ਦੇ ਪੁੱਤ ਦੀ ਲੱਤ ਤੋੜ ਦਿੱਤੀ। ਇਹ ਅੱਜ ਤੋਂ 50 ਸਾਲ ਪਹਿਲਾਂ ਦੀ ਗੱਲ ਆ ਜੀ। ਤੇ ਫੜ ਕੇ ਕਿਹਨੂੰ ਲੈ ਗਏ? ਮੇਰੇ ਇੱਕ ਹੋਰ ਦੂਜੇ ਭਰਾ ਨੂੰ ਫੜ ਕੇ ਲੈ ਗਏ। ਕਹਿੰਦੇ ਜੀ ਇਹਨੇ ਤੋੜੀ, ਉਹਨੇ ਵਿਚਾਰੇ 11 ਮਹੀਨੇ ਉਹ ਕੱਟ ਕੇ ਆਇਆ ਤੇ ਕੋਈ ਉਹਦਾ ਕੋਈ ਕੇਸ ਸੀਗਾ ਹੀ ਨਹੀਂ, ਕੋਈ ਉਹ ਸੀਗਾ ਵੀ ਨਹੀਂ ਇਨਵੋਲਵਡ। ਮੈਂ ਮੋਗਾ ਐਜੀਟੇਸ਼ਨ 'ਚ ਐਕਟਿਵ ਸੀਗਾ। ਹੁਣ ਮੇਰਾ ਸੁਣ ਲਓ ਗੱਲ, ਤੇ ਮੈਨੂੰ ਬਿੰਦਰਾ ਸਾਹਿਬ ਸਾਡੇ ਡਿਸਟ੍ਰਿਕਟ ਦੇ ਇੰਚਾਰਜ ਸੀ, ਪੁਲਿਸ ਦੇ ਨਾਲ ਰਲ ਕੇ ਇਹੋ ਜਿਹੇ 10 ਕੇਸ ਮੇਰੇ ਤੇ ਝੂਠੇ ਪੁਲਿਸ ਨੇ ਬਣਾਏ, ਪੁਲਿਸ ਨੇ ਨਾਲ ਹੀ ਲੈ ਕੇ ਬਣਾਏ ਨਾ, ਕਿ ਇਹਨੇ ਜੀ ਬਰਸ਼ੀਆਂ ਇਕੱਠੀਆਂ ਕੀਤੀਆਂ, ਇਹਨੇ ਸਿਨੇਮੇ ਨੂੰ ਅੱਗ ਲਾਈ, ਇਹਨੇ ਹੌਜਰੀ ਨੂੰ ਅੱਗ ਲਾਈ। ਤੇ ਮੈਂ ਹਾਈ ਕੋਰਟ 'ਚ ਜਦੋਂ ਮੇਰੀ ਪੇਸ਼ੀ ਪਈ ਸਨ 72 'ਚ,
ਤੇ ਮੈਂ ਪਿੱਛੇ ਬਿੰਦਰਾ ਸਾਹਿਬ ਬੈਠੇ ਸੀ, ਜਿਹੜੇ ਬਾਅਦ ਚ ਤੁਹਾਨੂੰ ਪਤਾ ਉਹ ਕ੍ਰਿਕਟ ਦੇ ਵੀ ਰਹੇ, ਹੋਰ ਵੀ ਰਹੇ ਆ। ਮੈਂ ਇਹਨਾਂ ਨੂੰ ਜੱਜ ਦੇ ਸਾਹਮਣੇ ਸ਼ਰਮਿੰਦਿਆਂ ਕੀਤਾ, ਓਏ ਤੋਏ ਕੀਤੀ ਕਿ ਇਹ ਬੰਦੇ ਆ ਤੁਹਾਡੇ, ਇਹ ਆਪਣੇ ਯਾਨੀ ਸਟੂਡੈਂਟ, ਮੈਂ ਅਜੇ ਯੰਗ ਸਟੂਡੈਂਟ ਸੀ 18-19 ਸਾਲ ਦਾ ਉਦੋਂ, ਕਿ ਇਹਨਾਂ ਨੇ ਇਸ ਕਿਸਮ ਨਾਲ ਕਿਹੋ ਜਿਹੇ ਸਾਡੇ ਮਨ ਦੇ ਦੇਸ਼ ਪ੍ਰਤੀ ਜਾਂ ਇਹਨਾਂ ਇਸ ਪੁਲਿਸ ਪ੍ਰਤੀ ਜਾਂ ਇਸ ਗਵਰਨੈਂਸ ਪ੍ਰਤੀ ਕਿਹੋ ਜਿਹੇ ਸਾਡੇ ਮਨ ਵਿੱਚ ਮਾਨਸਿਕਤਾ ਦੇ ਵਿੱਚ ਭਰੂਗਾ ਕਿ ਇੰਨਾ ਝੂਠ, ਇੰਨਾ ਕੁਫਰ, ਇੰਨਾ। ਮੇਰੇ ਨਾਲ ਦਾ ਜਿਹੜਾ ਮੁੰਡਾ ਫੜਿਆ, ਉਹਦੀਆਂ ਲੱਤਾਂ ਜਿਹੜੀਆਂ ਉੱਤੇ ਉਹ ਕਈ ਚੜਾਇਆ, ਮੂੰਗਲੀਆਂ ਚੜਾਈਆਂ, ਲੱਤਾਂ ਪਾੜਤੀਆਂ। ਇੱਕ ਹੋਰ ਸਾਡਾ ਪਰਸੋਂ ਹੀ ਦੱਸ ਰਿਹਾ ਸੀਗਾ, ਲੱਤਾਂ ਨੂੰ ਇੰਜ 180 ਡਿਗਰੀ ਦੇ ਉੱਤੇ ਪਾੜ ਦਿੱਤਾ, ਉਹਦੀਆਂ ਹੱਡੀਆਂ ਅੱਜ ਤੱਕ ਉਹਦੀਆਂ ਹੱਡੀਆਂ ਕੜਕਦੀਆਂ ਬੰਦੇ ਦੀਆਂ। ਮੈਂ ਦੂਰ ਦੀ ਗੱਲ, ਮੈਂ ਤੁਹਾਨੂੰ ਆਪਣੀਆਂ ਗੱਲਾਂ ਦੱਸ ਰਿਹਾ। ਇਸ ਲਈ ਜੇ ਤੁਸੀਂ ਗੌਰਵ ਜੀ, ਪੁਲਿਸ ਦੇ ਐਟੀਟਿਊਡ, ਇਹ ਨਵੀਂ ਗੱਲ ਨਹੀਂ ਹੈ। ਜਿਹੜਾ ਵੀ ਸੱਚ ਬੋਲੂ, ਜਿਹੜਾ ਵੀ ਸਰਕਾਰਾਂ ਦੇ ਵਿਰੁੱਧ ਬੋਲੂ ਜਾਂ ਲੋਕਾਂ ਦੇ ਹਿੱਤ 'ਚ ਬੋਲੂਗਾ, ਉਹਨੂੰ ਗਾਹੇ ਬਗਾਹੇ ਇਹ ਮਾਰ ਪੈਣੀ ਆ, ਕਿਉਂਕਿ ਸਰਕਾਰਾਂ ਇਸ ਫੋਰਸ ਦੀ ਦੁਰਵਰਤੋਂ ਕਰਦੀਆਂ ਜਿਵੇਂ ਅੰਗਰੇਜ਼ ਕਰਦੇ ਸੀਗੇ। ਨੰਬਰ 1। ਨੰਬਰ 2, ਇਸ ਕੇਸ ਦੇ ਵਿੱਚ ਵੀ ਲੱਗਦਾ ਕਿ ਕੋਈ ਸਰਕਾਰੀ ਤੰਤਰ ਹੈ ਜਿਸ ਨੇ ਇਸਤੇਮਾਲ ਕੀਤਾ। ਇਹ ਤਾਂ ਘਟਨਾ ਇਸ ਤਰੀਕੇ ਦੀ ਵੀ ਲੱਗ ਰਹੀ ਹੈ ਕਿ ਦੋਵੇਂ ਉੱਥੇ ਗਏ, ਕਿਸੇ ਗੱਲ ਨੂੰ ਲੈ ਕੇ ਕਹਾ ਸੁਣੀ ਬਹਿਸ ਹੋ ਗਈ ਤੇ ਉਸ ਤੋਂ ਬਾਅਦ ਇਹ ਮਾਮਲਾ ਇੰਨਾ ਵੱਧ ਗਿਆ। ਇਹ ਲੱਗ ਰਿਹਾ ਕਿ ਇਸ ਤਰੀਕੇ ਨਾਲ ਕੇਸ ਹੋ ਸਕਦਾ। ਦੇਖੋ ਇਹ ਸਟੋਰੀ ਸਾਡੇ ਕੋਲ ਪੂਰੀ ਨਹੀਂ ਆਈ। ਪਹਿਲੇ ਦਿਨ ਇਹ ਸਟੋਰੀ ਚੱਲੀ, ਉਦੋਂ ਇਹ ਸੀ ਕਿ ਕੁਝ ਲੋਕ ਪੁਲਿਸ ਦੇ ਹੱਕ 'ਚ ਆ, ਕੁਝ ਲੋਕ ਵਕੀਲਾਂ ਦੇ ਹੱਕ 'ਚ ਆ ਜੀ। ਇਹ ਸਟੋਰੀ ਵੀ ਚੱਲ ਰਹੀ ਹੈ ਕਿ ਇਹ ਗੱਲ ਪਿੰਡ ਦੇ ਵਿੱਚ, ਅੱਜ ਲੱਖਾ ਸਿਧਾਣਾ ਨੇ ਬਿਆਨ ਦਿੱਤਾ ਸੋਸ਼ਲ ਮੀਡੀਆ ਤੇ, ਸਾਫ਼ ਕਿਹਾ ਹੈ ਲੱਖਾ ਸਿਧਾਣਾ ਨੇ ਕਿ ਮੈਂ ਉਸ ਪਿੰਡ 'ਚ ਜਾ ਕੇ ਜਿੱਥੋਂ ਦਾ ਵਕੀਲ ਹੈ ਇਨਕੁਆਇਰੀ ਕਰਕੇ ਆਇਆ, ਤੇ ਪਿੰਡ ਦੇ ਲੋਕ ਕਹਿੰਦੇ ਆ ਕਿ ਵਕੀਲ ਉਸ ਬੰਦੇ ਨੂੰ ਪ੍ਰੋਟੈਕਟ ਕਰਦਾ ਜਿਹੜਾ ਇੱਥੇ ਨਸ਼ਾ ਵੇਚਦਾ। ਹੁਣ ਉਹ ਗੱਲਾਂ ਹੋਣ ਮੈਗੀ ਨਾ, ਜਿੰਨਾ ਮਰਜ਼ੀ ਕੋਈ ਕ੍ਰਿਮੀਨਲ ਹੋਵੇ ਬੰਦਾ, ਉਹਨੂੰ ਫੜ ਲਿਆ ਤੁਸੀਂ, ਪਰ ਤੁਹਾਡਾ ਕੋਈ ਅਧਿਕਾਰ ਨਹੀਂ ਹੈ ਤੁਸੀਂ ਕਿਸੇ ਦੀਆਂ ਅੱਖਾਂ ਕੱਢ ਦਿਓ, ਕਿਸੇ ਦੀਆਂ ਲੱਤਾਂ ਭੰਨ ਦਿਓ, ਕਿਸੇ ਦੇ। ਇਹੋ ਵੀ ਮੈਂ ਸਨ 70 ਦੇ ਵਿੱਚ ਜਿਹੜੀ ਨਕਸਲਾਈਟ ਮੂਵਮੈਂਟ ਸੀ, ਉਹਨਾਂ ਦੇ ਮੂੰਹ ਦੇ ਉੱਤੇ ਗੰਦ ਬੰਨ ਦਿੰਦੇ ਸੀ, ਪਜਾਮੇ 'ਚ ਚੂਹੇ ਪਾ ਦਿੰਦੇ ਸੀਗੇ, ਫਿਰ ਉਹਨਾਂ ਨੂੰ ਆ ਜਿਹੜਾ ਕੀੜੀਆਂ ਦੇ ਭੌਣ ਤੇ ਬਿਠਾ ਦਿੰਦੇ ਸੀ, ਉਹਨਾਂ ਨੂੰ ਸ਼ਹਿਦ ਲਾ ਕੇ ਜਾਂ ਕੋਈ ਹੋਰ ਕਿਸੇ ਕਿਸਮ ਦਾ ਗੁੜ ਲਾ ਕੇ, ਜਾਂ ਤਾਂ ਕਿ ਉਹਨਾਂ ਨੂੰ ਕੱਟਣ। ਮਤਲਬ ਇਹੋ ਜਿਹੇ ਕ੍ਰਿਮੀਨਲ ਮਾਈਂਡ ਹੈਗੇ। ਬੰਦਾ ਜਿਹੜਾ ਪੁਲਿਸ ਦੇ ਇੱਕ ਵਾਰੀ ਚਲੇ ਜਾਏ ਜਾਂ ਇਹੋ ਜਿਹੇ ਟਿੱਟੇ ਚੜ ਜਾਏ, ਸਮਝ ਲਓ ਜਾਂ ਤੇ ਉਹ ਸਾਰੀ ਉਮਰ ਲਈ ਯਾਦ ਰੱਖਦਾ, ਅਪਾਹਜ ਹੋ ਜਾਂਦਾ। ਔਰ ਉਹਨਾਂ ਦੇ ਜਿਹੜੇ ਤਰੀਕੇ, 3rd ਡਿਗਰੀ ਮੈਥਡ ਜਿਨ੍ਹਾਂ ਨੂੰ ਕਹਿੰਦੇ ਆ, ਉਹਨਾਂ ਤੋਂ ਅਜੇ ਸਾਡਾ ਦੇਸ਼ ਸੁਰਖਰੂ ਨਹੀਂ ਹੋਇਆ। ਅੰਮ੍ਰਿਤਸਰ ਦੇ ਵਿੱਚ ਬਹੁਤ ਵੱਡਾ ਇੰਟਰੋਗੇਸ਼ਨ ਸੈਂਟਰ ਆ, ਪਟਿਆਲੇ ਦੇ ਵਿੱਚ ਬਥੇਰੀ ਕੁੱਟਮਾਰ ਇਹੋ ਜਿਹਾ ਕਰਦੇ, ਪੁੱਠਾ ਲਟਕਾ ਦਿੰਦੇ ਆ। ਮਲਵਿੰਦਰ ਮਾਲੀ ਤੁਹਾਡੇ ਸਾਹਮਣੇ ਰੋਜ਼ ਮੀਡੀਆ ਦੇ ਵਿੱਚ ਬੋਲਦਾ, ਉਹਦੇ ਨਾਲ ਇੰਜ ਹੋਈ, ਪੁੱਠਾ ਲਟਕਾਇਆ ਉਹਨੂੰ। ਜਾਣੀ ਅਸੀਂ ਉਹ ਪੀੜ੍ਹੀ ਦੇ ਲੋਕ ਹੈਗੇ ਜਿਹੜੇ ਤੁਹਾਡੇ ਸਾਹਮਣੇ ਬੈਠੇ ਆ, ਜਿਨ੍ਹਾਂ ਨੇ ਮੂਵਮੈਂਟਾਂ, 2 ਬਹੁਤ ਵੱਡੀਆਂ ਖਾੜਕੂ ਮੂਵਮੈਂਟਾਂ ਦੇਖੀਆਂ। ਨਕਸਲਾਈਟ ਮੂਵਮੈਂਟ ਦੇਖੀ ਸਾਡੇ ਇਸ ਜ਼ਮਾਨੇ ਦੇ ਵਿੱਚ, ਫਿਰ ਤੁਸੀਂ ਖਾੜਕੂ ਮੂਵਮੈਂਟ ਜਿਹੜੀ ਖਾਲਿਸਤਾਨ ਲਈ ਕਹਿ ਲਓ ਜਾਂ ਸਿੱਖ ਖਾੜਕੂਵਾਦ ਦੀ ਮੂਵਮੈਂਟ ਆਈ, ਉਹਦੇ ਵਿੱਚ ਖਾਲੜੇ ਦਾ ਕੇਸ ਕੌਣ ਨਹੀਂ ਜਾਣਦਾ। ਕਹਿਣ ਦਾ ਮਤਲਬ ਮੇਰਾ ਇਹ ਹੈ, ਮੈਂ ਤੁਹਾਨੂੰ ਵੈਸੇ ਬਾਈ ਦਾ ਵੇ ਗੌਰਵ ਜੀ ਦੱਸ ਦਿਆਂ, ਜਿਹੜਾ ਫਲੋਰ ਕਿਲਾ ਪੁਲਿਸ ਟ੍ਰੇਨਿੰਗ ਦਾ, ਮੈਂ ਉੱਥੇ ਲੈਕਚਰ ਦੇਣ ਜਾਂਦਾ ਰਿਹਾ ਐਜ ਸੋਸ਼ੀਓਲੋਜਿਸਟ, ਐਜ ਪ੍ਰੋਫੈਸਰ। ਪਰ ਉਹ ਸਾਨੂੰ ਇਹ ਜਿਹੜੇ ਵੀ ਸਾਡੇ ਉੱਥੇ ਪੁਲਿਸ ਅਫੀਸਰ ਸਿੱਖ ਕੇ ਜਾਂਦੇ, IPS ਅਫੀਸਰ ਹੋਰ ਸਿੱਖ ਕੇ ਜਾਂਦੇ, ਜਦੋਂ ਡਿਊਟੀ ਜੁਆਇਨ ਕਰਦੇ ਆ ਤੇ ਉੱਥੇ ਲੋਕਲ ਥਾਣੇਦਾਰ ਕਹਿੰਦੇ ਭਰਾਵਾ ਜਿਹੜਾ ਸਿੱਖ ਕੇ ਆਇਆ ਪਹਿਲਾਂ ਉਹਨੂੰ ਭੁੱਲ ਜਾ। ਇੱਥੇ ਤੇ ਸਾਰਾ ਹੀ 2 ਨੰਬਰੀ ਕੰਮ ਚੱਲਣਾ, ਹੇਰਾ ਫੇਰੀ ਚੱਲਣੀ ਆ, ਕੁੱਟਮਾਰ ਚੱਲਣੀ ਆ। ਇਹ ਤੇ ਇਸ ਕਿਸਮ ਦੀ ਜਾਨੀ ਇਹ ਜਿਹੜੀ ਪੁਲਿਸ ਦੀ ਗੈਂਗਸਟਰ ਮੈਂਟੈਲਿਟੀ ਬਣ ਚੁੱਕੀ ਹੈ। ਕੋਈ ਵੀ ਇੱਜ਼ਤਦਾਰ ਔਰਤ ਉਹਦੀ ਪੱਤ ਲੁੱਟੀ ਜਾਏ ਤੇ ਉਹ ਜਾ ਕੇ FIR ਦਰਜ ਨਹੀਂ ਕਰਾਊਗੀ, ਪਹਿਲਾਂ ਉਹਨੂੰ ਪੁੱਛਦੇ ਆ ਤੂੰ ਕੀ ਕੀਤਾ, ਤੂੰ ਵੀ ਕੁਛ ਇਹੋ ਜਿਹੀ ਹੋਏਗੀ, ਫਲਾਨਾ ਹੋਏਗੀ, ਟਮਕਾਣਾ ਹੋਏਗੀ। ਮੈਂ ਸਾਰੀ ਪੁਲਿਸ ਨੂੰ ਨਹੀਂ ਨਿੰਦਰਿਆ, ਪਰ ਮੈਂ ਇੱਕ ਗੱਲ ਦੱਸ ਦਿਆਂ, ਮੈਂ ਬਾਕੀ ਦਿਆਂ ਨਾਲੋਂ ਅਲੱਗ ਸਾਫ਼ ਕਹਿਣਾ, ਸਾਡਾ ਪੁਲਿਸ ਹੈ ਜੇ ਤੰਤਰ ਗਲ ਚੁੱਕਾ, ਉਹਦੇ ਤੇ ਲੋਕਾਂ ਨੂੰ ਭਰੋਸਾ ਨਹੀਂ ਹੈ। ਚੰਗੇ ਬੰਦੇ ਕੁਝ ਹੋ ਸਕਦੇ, ਇਹਦੇ ਉਲਟ ਨਹੀਂ ਹੈ ਕਿ ਪੁਲਿਸ ਸਿਸਟਮ ਬਹੁਤ ਚੰਗਾ, ਕੁਝ ਕਾਲੀਆਂ ਭੇਡਾਂ ਹੋ ਸਕਦੀਆਂ, ਇੰਜ ਨਹੀਂ ਹੈ। ਪੁਲਿਸ ਸਿਸਟਮ ਗਲ ਚੁੱਕਾ, ਉਹਨੂੰ ਸੁਧਾਰਨ ਦੀ ਲੋੜ ਹੈ, ਉਹਦੇ ਚ ਕੁਝ ਚੰਗੇ ਬੰਦੇ ਹੋ ਸਕਦੇ। ਠੀਕ ਹੈ, ਮੈਂ ਇੱਕ ਸਿੱਧੂ ਸਾਹਿਬ ਤੁਹਾਡਾ ਰਿਐਕਸ਼ਨ ਜ਼ਰੂਰ ਚਾਹੂੰਗਾ। ਦੇਖੋ ਜੋ ਪ੍ਰੋਫੈਸਰ ਸਾਹਿਬ ਕਹਿ ਰਹੇ ਨੇ ਜਾਂ ਜੋ ਉਹਨਾਂ ਨੇ ਬਿਆਨ ਕੀਤਾ ਹੈ, ਮੈਨੂੰ ਲੱਗਦਾ ਬਹੁਤ ਸਾਰੇ ਲੋਕ ਇਸ ਸਮੇਂ ਜਿਹੜੇ ਡਿਬੇਟ ਦੇਖ ਵੀ ਰਹੇ ਹੋਣੇ ਅੱਜ ਦੀ, ਸ਼ਾਇਦ ਉਹ ਰਿਲੇਟ ਕਰ ਪਾ ਰਹੇ ਹੋਣ। ਕਈਆਂ ਨੇ ਸੁਣਿਆ ਹੋਏਗਾ, ਕਈਆਂ ਨੇ ਸ਼ਾਇਦ ਆਪਣੇ ਸਰੀਰ ਦੇ ਉੱਤੇ ਹੰਡਾਇਆ ਹੋਏਗਾ, ਤਾਂ ਉਹ ਵੀ ਅੱਜ ਸ਼ਾਇਦ ਆਪਣੇ ਆਪ ਨੂੰ ਰਿਲੇਟ ਕਰ ਪਾ ਰਹੇ ਹੋਣਗੇ ਕਿ ਅਸੀਂ ਥਾਣੇ ਗਏ, ਸਾਡੇ ਨਾਲ ਇਸ ਤਰੀਕੇ ਨਾਲ ਗੱਲ ਕੀਤੀ, ਅਸੀਂ ਪੁਲਿਸ ਚੌਕੀ ਗਏ, ਕੰਮ ਬਹੁਤ ਛੋਟਾ ਜਿਹਾ ਸੀ, ਪਰ ਉੱਥੇ ਜਾ ਕੇ ਸਾਡੇ ਨਾਲ ਉਸ ਤਰੀਕੇ ਦਾ ਵਤੀਰਾ ਨਹੀਂ ਹੋਇਆ। ਇੱਕ ਧਾਰਨਾ ਹੈ ਲੋਕਾਂ ਦੇ ਵਿਚਾਲੇ ਨਾ। ਸਿੱਧੂ ਸਾਹਿਬ, ਤੁਸੀਂ ਬਤੌਰ SSP ਰਹੇ ਹੋ, ਇੱਕ ਵੱਡੇ ਦਫ਼ਤਰ ਦੇ ਵਿੱਚ ਸੀ, ਪਰ ਜਦੋਂ ਛੋਟੇ ਪੁਲਿਸ ਚੌਕੀ ਜਾਂ ਥਾਣੇ ਦੇ ਵਿੱਚ ਲੋਕਾਂ ਨੂੰ ਜਾਣਾ ਪੈਂਦਾ ਤਾਂ ਇੱਕ ਧਾਰਨਾ ਬਣੀ ਹੋਈ ਹੈ ਕਿ ਜਦੋਂ ਉੱਥੇ ਜਾਣਾ ਹੈ ਤਾਂ ਫਿਰ ਥੋੜਾ ਜਿਹਾ ਮਤਲਬ ਸੋਚ ਸਮਝ ਕੇ ਜਾਇਓ।
ਹਾਂ ਗੌਰਵ ਜੀ, ਗੱਲ ਇਹ ਹੈ ਵੀ ਇਹ ਧਾਰਨਾ ਜਿਹੜੀ ਹੈ ਦੋ ਤਰੀਕੇ ਨਾਲ ਬਣੀ ਹੈ। ਇਹ ਧਾਰਨਾ ਜੀ, ਇੱਕ ਤਾਂ ਇਹ ਧਾਰਨਾ ਬਣੀ ਇਸ ਤੋਂ ਕਿ ਵਾਕਈ ਇਹ ਗੱਲ ਸਹੀ ਹੈ ਕਿ ਹਰ ਪੁਲਿਸ ਅਫੀਸਰ ਦਾ ਬਿਹੇਵੀਅਰ ਜਿਹੜਾ ਹੈ ਉਹ ਪਬਲਿਕ ਪ੍ਰਤੀ ਉਹਨਾਂ ਵਧੀਆ ਨਹੀਂ ਰਿਹਾ। ਜੇ ਮੈਂ ਸਾਰਿਆਂ ਨੂੰ ਤਾਂ ਨਹੀਂ ਕਹਿੰਦਾ, ਕੁਝ ਪੁਲਿਸ ਅਫੀਸਰਸ ਦਾ ਜੀ, ਤੇ ਉਹਨਾਂ ਦੇ ਕਾਰਨ ਇੱਕ ਧਾਰਨਾ ਬਣਨੀ ਸ਼ੁਰੂ ਹੋ ਗਈ। ਉਹ ਧਾਰਨਾ ਜਿਹੜੀ ਹੈ ਉਹ ਬਣਦੀ ਕਾਫੀ ਦੂਰ ਤੱਕ ਚਲੀ ਗਈ। ਜੀ, ਦੂਸਰਾ ਕੀ ਹੈ, ਜਿਹੜੇ ਪ੍ਰੋਫੈਸਰ ਸਾਹਿਬ ਨੇ ਗੱਲ ਕਹੀ, ਮੈਂ ਉਹਦੇ ਨਾਲ ਸਹਿਮਤ ਹਾਂ, ਬਿਲਕੁਲ ਸਹਿਮਤ ਹਾਂ ਕਿ ਸਾਡੀਆਂ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ ਜੀ, ਉਹ ਪੋਸਟਿੰਗ, ਟ੍ਰਾਂਸਫਰਸ, ਪ੍ਰਮੋਸ਼ਨਸ, ਇਹਨਾਂ ਸਾਰਿਆਂ ਨੂੰ ਲੈ ਕੇ ਪੁਲਿਸ ਨੂੰ ਇੱਕ ਟੂਲ ਦੀ ਤਰ੍ਹਾਂ ਵਰਤਦੀਆਂ ਨੇ। ਜਦੋਂ ਪੋਲੀਟੀਕਲ ਬੰਦੇ ਉਹਨੂੰ ਟੂਲ ਦੀ ਤਰ੍ਹਾਂ ਵਰਤਦੇ ਨੇ ਤਾਂ ਜਿਹੜਾ ਟੂਲ ਹੈ ਉਹਦਾ ਹੱਥ ਜਿਹੜਾ ਉਹਦੇ ਪਿਛਲੇ ਪਾਸੇ ਪੋਲੀਟੀਕਲ ਹੱਥ ਹੁੰਦਾ ਹੈ, ਤੇ ਫਿਰ ਉਹ ਵਰਕ ਬਿਨਾਂ ਸੋਚੇ ਸਮਝੇ, ਬਿਨਾਂ ਲਾਅ ਤੋਂ, ਬਿਨਾਂ ਕਿਸੇ ਗੱਲ ਤੋਂ, ਧਿਆਨ ਤੋਂ ਉਹ ਕਰਦਾ ਹੈ, ਔਰ ਉਹਨੂੰ ਇਹ ਲੱਗਦਾ ਕਿ ਮੈਂ ਪ੍ਰੋਟੈਕਟਡ ਆ। ਜਦੋਂ ਉਹਨੂੰ ਉਹ ਪ੍ਰੋਟੈਕਸ਼ਨ, ਪੋਲੀਟੀਕਲ ਪ੍ਰੋਟੈਕਸ਼ਨ ਮਿਲਦੀ ਹੈ ਤਾਂ ਉਹ ਸਾਰੇ ਕਾਨੂੰਨ ਨੂੰ ਛਿੱਕੇ ਤੇ ਟੰਗ ਦਿੰਦਾ ਹੈ। ਇਹੀ ਗੱਲ ਜਿਹੜੀ 72 ਚ ਕਰ ਰਹੇ ਨੇ, ਮੈਂ ਵੀ ਉਦੋਂ ਕਾਲਜ ਸਟੂਡੈਂਟ ਸੀਗਾ, ਜਿਹੜੀ ਗੱਲ ਉਦੋਂ ਬਾਅਦ ਦੀਆਂ ਗੱਲਾਂ ਕਰ ਰਹੇ ਨੇ, ਟੈਰਰਿਜ਼ਮ ਦੇ ਵੇਲੇ ਦੀਆਂ ਗੱਲਾਂ ਕਰਦੇ, ਉਹ ਚ ਕਾਫੀ ਗੱਲਾਂ ਜਿਹੜੀਆਂ ਨੇ, ਮੈਂ ਸਾਰੀਆਂ ਨਾਲ ਤਾਂ ਨਹੀਂ ਸਹਿਮਤ ਹਾਂ ਕਿ ਜੇ ਕਹਿਣ ਕਿ ਹਰ ਇੱਕ ਬੰਦੇ ਨਾਲ ਇਦਾਂ ਹੋਇਆ, ਲੇਕਿਨ ਕਾਫੀ ਲੋਕਾਂ ਨਾਲ ਤਸ਼ੱਦਦ ਹੋਇਆ, ਅਣਮਨੁੱਖਾ ਤਸ਼ੱਦਦ ਹੋਇਆ, ਜਿਹੜਾ ਨਹੀਂ ਹੋਣਾ ਚਾਹੀਦਾ ਸੀਗਾ। ਲੇਕਿਨ ਇਹ ਸਾਰੀ ਦੀ ਸਾਰੀ ਧਾਰਨਾ ਜਿਹੜੀ ਹੈ, ਜਾਂ ਸਾਡਾ ਪੂਰੇ ਦਾ ਪੂਰਾ ਕੀ ਗੱਲ ਕਿ ਕੱਲੀ ਪੁਲਿਸ ਡਿਪਾਰਟਮੈਂਟ, ਮੈਂ ਇਹਨੂੰ ਬਰੀ ਨਹੀਂ ਕਰਨ ਲੱਗਾ ਜੀ। ਮੈਂ ਕਹਿੰਦਾ ਵੀ ਅਸੀਂ ਸਮਾਜ ਦੇ ਵਿੱਚ ਪੁਲਿਸ ਡਿਪਾਰਟਮੈਂਟ ਜਿਹੜਾ ਪੁਲਿਸ ਵਿੱਚ ਭਰਤੀ ਹੋਣਾ, ਪੁਲਿਸ ਨੂੰ ਜੁਆਇਨ ਕਰਨਾ ਅੱਜ ਇੱਕ ਪ੍ਰਾਊਡ ਬਣਿਆ ਪਿਆ। ਹਰ ਇੱਕ ਬੰਦਾ ਚਾਹੁੰਦਾ ਮੈਂ ਪੁਲਿਸ ਡਿਪਾਰਟਮੈਂਟ ਜੁਆਇਨ ਕਰਾਂ, ਸਾਡਾ ਮੁੰਡਾ ਪੁਲਿਸ ਚ ਹੋਵੇ, ਸਾਡਾ ਰੋ ਵੀ ਬਹੁਤ ਹੋ ਜਾਂਦਾ ਸਰ ਪਿੰਡ ਚ ਨਾ। ਉਹ ਕੀ ਗੱਲ ਹੁੰਦੀ ਹੈ, ਜੇ ਕੋਈ ਏਐਸਆਈ ਲੱਗਿਆ ਹੋਵੇ ਤਾਂ ਤੁਸੀਂ ਖੁਦ ਸਮਝਦੇ ਹੋ। ਮੈਂ ਤੁਹਾਨੂੰ ਉਹੀ ਗੱਲ ਕਿ ਕੋਈ ਆਈਪੀਐਸ ਬਣ ਜਾਏ ਫਿਰ ਤਾਂ ਗੱਲਾਂ ਹੀ ਅਲੱਗ ਨੇ, ਕਿ ਜੇ ਕੋਈ ਏਐਸਆਈ ਵੀ ਲੱਗਿਆ ਹੋਵੇ, ਰੋ ਵੀ ਬਹੁਤ ਹੁੰਦਾ ਪਿੰਡ ਦੇ ਵਿੱਚ। ਕਹਿੰਦੇ ਫਿਰ ਟੱਬਰ ਵਾਲੇ ਪਾਸੇ ਕੋਈ ਦੇਖਦਾ ਨਹੀਂ, ਖੰਘਦਾ ਨਹੀਂ, ਜਿਹੜੇ ਸਰੀਕ ਬਹੁਤ ਔਖੇ ਕਰਦੇ ਹੋ ਸਭ ਖਤਮ ਹੋ ਜਾਣ। ਤੁਸੀਂ ਗੱਲ ਕੰਪਲੀਟ ਕਰੋ ਜੀ। ਮੈਂ ਉਸ ਗੱਲ ਤੇ ਨਹੀਂ ਜਾ ਰਿਹਾ, ਰੋਬ ਨੂੰ ਛੱਡੋ। ਮੈਂ ਜਿਹੜੀ ਗੱਲ ਤੁਹਾਨੂੰ ਸਵਾਲ ਖੜਾ ਕਰ ਰਿਹਾ ਕਿ ਉਹ ਬੰਦਾ ਜਿਹੜਾ ਇੱਕ ਨਾਰਮਲ ਬੰਦਾ ਹੈ, ਨਾਰਮਲ ਸਮਾਜ ਦੇ ਵਿੱਚ ਰਹਿ ਰਿਹਾ ਹੈ, ਨਾਰਮਲ ਗੱਲ ਕਰ ਰਿਹਾ ਹੈ, ਅਜਿਹਾ ਕੀ ਜਾਦੂ ਹੁੰਦਾ ਹੈ ਕਿ ਉਹਦਾ ਅੰਦਰਲਾ ਸਾਰੇ ਦਾ ਸਾਰਾ ਪਰਿਵਰਤਨ ਹੋ ਜਾਂਦਾ ਹੈ। ਉਹ ਸਾਰੇ ਦੀਆਂ ਸਾਰੀਆਂ ਗੱਲਾਂ ਉਹ ਭੁੱਲ ਜਾਂਦਾ ਹੈ, ਜਿਹੜੀਆਂ ਗੱਲਾਂ ਉਹ ਜਾ ਕੇ ਪਹਿਲਾਂ ਉਹ ਆਪਦੇ ਨਾਲ ਬੀਤੀਆਂ ਹੁੰਦੀਆਂ ਨੇ, ਜੋ ਕਹਿੰਦਾ ਵੀ ਮੇਰੇ ਨਾਲ ਏਦਾਂ ਹੋਇਆ ਸੀ, ਏਦਾਂ ਹੋਇਆ ਸੀ, ਕੀ ਉਹ ਉਦੋਂ ਜਾ ਕੇ ਜਦੋਂ ਪੁਲਿਸ ਅਫੀਸਰ ਬਣ ਜਾਂਦਾ ਹੈ, ਉਹ ਆਪਦੇ ਆਪ ਨੂੰ ਉਦੋਂ ਉਸ ਲੈਵਲ ਤੇ ਕਿਉਂ ਨਹੀਂ ਰੱਖਦਾ? ਇੱਥੇ ਕਿਹਦਾ ਕਸੂਰ ਹੈ? ਕੌਣ ਜ਼ਿੰਮੇਵਾਰ ਹੈ ਇਦਾਂ ਦੇ ਪ੍ਰੋਡਕਸ਼ਨ ਬਣਾਉਣ ਦਾ? ਕੀ ਸਾਡਾ ਸਮਾਜ ਹੈ, ਜਾਂ ਸਾਡੇ ਪੋਲੀਟੀਕਲ ਬੰਦੇ ਨੇ, ਜਾਂ ਸਾਡੀ ਐਜੂਕੇਸ਼ਨ ਸਿਸਟਮ ਹੈ, ਜਾਂ ਸਾਡਾ ਕੋਈ ਹੋਰ ਸਿਸਟਮ ਹੈ? ਅਸੀਂ ਕਿਸੇ ਦੇ ਬ੍ਰੇਨ ਦੇ ਉੱਤੇ ਇਦਾਂ ਦਾ ਪ੍ਰਭਾਵ, ਪੁਲਿਸ ਜਿਹੜੀ ਹੈ, 20 ਸਾਲ ਦਾ ਮੁੰਡਾ ਜਿਹੜਾ ਪਿੰਡ ਚ ਰਿਹਾ ਹੈ, ਜਿਹਨੇ ਮਾਪਿਆਂ ਨੇ ਪਾਲਿਆ, ਸਾਰਾ ਕੁਝ ਉਹਨੂੰ ਸਿਖਾਇਆ, ਸਿੱਖਿਆ ਦਿੱਤੀ ਹੈ, 2 ਸਾਲ ਦੀ ਟ੍ਰੇਨਿੰਗ ਤੋਂ ਬਾਅਦ ਇਹਨਾਂ ਤਸ਼ੱਦਦ ਕਰਨ ਲੱਗ ਜੇ, ਏਦਾਂ ਦੀ ਬਿਹੇਵੀਅਰ ਕਰਨ ਲੱਗ ਜੇ, ਇਹ ਸੋਚਣ ਤੇ ਵਿਚਾਰਨ ਦੀ ਗੱਲ ਹੈ। ਔਰ ਸਾਡੇ ਬੁੱਧੀਜੀਵੀ ਬੈਠੇ ਨੇ, ਮਨਜੀਤ ਸਿੰਘ, ਇਹ ਦੱਸ ਸਕਦੇ ਨੇ ਕਿ ਆਖਰ ਇਹ ਪ੍ਰਭਾਵ ਕਿੱਥੋਂ ਤੇ ਕਿਵੇਂ ਪੈਂਦੇ ਨੇ, ਕਿਵੇਂ ਸਮਾਜ ਦੇ ਵਿੱਚ ਤਬਦੀਲੀ ਆ ਜਾਂਦੀ ਹੈ ਉਸੇ ਬੰਦੇ 'ਚ, ਜਿਹੜਾ ਬੰਦਾ ਇੱਕ ਬਹੁਤ ਸ਼ਰੀਫ ਤੇ ਨੇਕ ਇਨਸਾਨ ਹੁੰਦਾ ਹੈ।